ਜਿਵੇਂ ਕੱਲ੍ਹ ਗੁਰਦਿਆਲ ਸਿੰਘ ਨੇ ਗਰੁੱਪ ਅੰਦਰ ਲਿਖਿਆ ਸੀ, ਵੈਸਾ ਹੀ ਤਕਰੀਬਨ ਰਾਜਗਿੱਲ ਨੇ ਵੀ ਲਿਖਿਆ ਹੈ। ਪੜ੍ਹ ਕੇ ਇਹ ਗੱਲ ਖਿਆਲ ਵਿੱਚ ਆਈ ਹੈ ਵੀ ਥੋੜ੍ਹਾ ਥੋੜ੍ਹਾ ਸੰਬੰਧ ਜੁੜਨ ਲੱਗ ਪਿਆ ਹੈ, ਅਤੇ ਜਦੋਂ ਜੁੜਨ ਲੱਗ ਪਿਆ ਹੈ ਅਤੇ ਉਹ ਜੋੜਦਾ ਹੀ ਇਹ ਪ੍ਰਮਾਣ ਹੈ। ਖਿਆਲ ਵਿੱਚ ਰੱਖਿਓ, ਕਿਉਂਕਿ ਆਮ ਸਾਧਾਰਣਤः ਹੈ ਆਦਮੀ ਘੋਸ਼ਣਾ ਨਹੀਂ ਕਰਦਾ ਹੈ ਸੰਸਾਰ ਦੇ ਵਿੱਚ। ਜਿਹਦਾ ਸੰਸਾਰ ਨਾਲ ਲਗਾਵ ਜ਼ਿਆਦਾ ਹੋਵੇਗਾ ਉਹ ਘੋਸ਼ਣਾ ਨਹੀਂ ਕਰੇਗਾ। ਹਾਂ, ਜਿਹੜੇ ਬਹੁਤ ਪ੍ਰਸਿੱਧ ਹਨ, ਗੁਰੂ ਜਾਂ ਪੁਰਾਣੇ ਹੋ ਚੁੱਕੇ, ਉਹਨਾਂ ਬਾਬਤ ਘੋਸ਼ਣਾ ਕਰਨੀ ਬੜੀ ਸਿਖਾਲੀ ਹੈ। ਜਿਵੇਂ ਸਿੱਖ ਕਹਿ ਦਿੰਦੇ ਬਾਬਾ ਨਾਨਕ ਗੁਰੂ ਹਨ ਸਾਡੇ, ਹਿੰਦੂ ਕਹਿ ਦਿੰਦੇ ਰਾਮ ਹਨ, ਜਾਂ ਅਜੋਕੇ ਸਮੇਂ 'ਚ ਜਿਹੜੇ ਜ਼ਿਆਦਾ ਪ੍ਰਸਿੱਧ ਹਨ, ਬਹੁਤ ਲੋਕ ਬੈਠਦੇ ਉਹਨਾਂ ਦੇ ਕਦਮਾਂ 'ਚ ਉੱਪਰ ਸਿੰਘਾਸਨ 'ਤੇ ਉਹਨਾਂ ਨੂੰ ਬਿਠਾਉਂਦੇ ਅਤੇ ਪ੍ਰਭਾਵਿਤ ਹੁੰਦੇ ਹਨ ਲੋਕ। ਇਸੇ ਕਰਕੇ ਉਹਨਾਂ ਨੂੰ ਜ਼ਿਆਦਾ ਗੁਰੂ ਧਾਰਨ ਕਰਦੇ ਹਨ, ਜਿਹੜੇ ਬਾਹਰੋਂ ਬਹੁਤ ਪ੍ਰਗਟ ਹੁੰਦੇ ਹਨ, ਕਿਉਂਕਿ ਉਹਨਾਂ ਨੂੰ ਵੀ ਸਿਖਾਲਾ ਹੈ। ਲੋਕ ਕਹਿਣਗੇ ਹਾਂ ਉਹ ਬਹੁਤ ਉੱਚ ਕੋਟੀ ਦੇ ਮਹਾਤਮਾ ਹਨ, ਸੰਤ ਹਨ, ਗੁਰੂ ਹਨ, ਸਤਿਗੁਰੂ ਹਨ। ਦੇਖੋ ਕਿੰਨੇ ਲੋਕ ਮੰਨਣ ਵਾਲੇ ਉਹਨਾਂ, ਭੀੜ 'ਤੇ ਆਕਰਸ਼ਿਤ ਹੁੰਦੀ, ਲੋਕ ਆਕਰਸ਼ਿਤ ਹੁੰਦੇ, ਭੇਡਾਂ ਚਾਲ ਹੈ। ਪਰ ਆਮ ਸਾਧਾਰਨ ਜੋ ਜੀਵਨ ਜੀ ਰਿਹਾ ਹੈ, ਅਤੇ ਜਿਹਨੂੰ ਲੋਕ ਬਹੁਤਾ ਜਾਣਦੇ ਵੀ ਨਹੀਂ, ਉਹਨੂੰ ਗੁਰੂ ਕਹਿਣਾ ਹੋਵੇ ਸਮਾਜ ਦੇ ਵਿੱਚ ਤੇ ਕਠਿਨ ਹੈ। ਵੀ ਸਮਾਜ ਦੇ ਲੋਕ ਕੀ ਸੋਚਣਗੇ। ਦੇਖੋ ਆ ਗਰੁੱਪਾਂ ਦੇ ਅੰਦਰ ਕੋਈ ਜਾਣ ਪਹਿਚਾਣ ਨਹੀਂ ਹੈ ਬਹੁਤੀ, ਤੇ ਇੱਥੇ ਲਿਖਣਾ ਵੀ ਕਠਿਨ ਹੈ। ਸੰਸਾਰ ਦੇ ਵਿੱਚ ਤੇ ਸਾਧਾਰਨ ਬਿਲਕੁਲ ਜਿਹੜਾ ਹੈ ਕਿਉਂਕਿ ਇੱਥੇ ਸੰਸਾਰ ਦਾ ਆਦਰ ਮਾਣ ਨਹੀਂ ਨਾ ਮਿਲੇਗਾ। ਜਿਵੇਂ ਸਿੱਖ ਕਹਿ ਦਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਉੱਥੇ ਸੰਸਾਰ ਦਾ ਆਦਰ ਸਤਿਕਾਰ ਮਾਣ ਮਿਲਦਾ ਹੈ ਉਹਨਾਂ ਨੂੰ ਗੁਰੂ ਧਾਰਨ ਕਰਕੇ, ਪ੍ਰਤਿਸ਼ਠਾ ਹੁੰਦੀ। ਅਤੇ ਜਿੰਨਾ ਜ਼ਿਆਦਾ ਕੋਈ ਸਤਿਕਾਰ ਕਰਦਾ ਹੈ ਓਨੀ ਜ਼ਿਆਦਾ ਉਹਦੀ ਪ੍ਰਤਿਸ਼ਠਾ ਹੁੰਦੀ, ਸਨਮਾਨ ਹੁੰਦਾ ਹੈ ਵੀ ਬਹੁਤ ਵੱਡਾ ਸਿੱਖ। ਅਤੇ ਆਦਰ ਮਾਣ ਸਤਿਕਾਰ ਪਾਉਣ ਵਾਸਤੇ ਉਹ ਗੁਰੂ ਧਾਰਨ ਕਰਦੇ ਹਨ। ਪਰ ਜਿਨ੍ਹਾਂ ਨੇ ਆਦਰ ਸਤਿਕਾਰ ਮਾਣ ਨਹੀਂ ਪਾਉਣਾ ਹੈ ਸੰਸਾਰ ਦਾ, ਸਗੋਂ ਆਦਰ ਸਤਿਕਾਰ ਮਾਣ ਕਿਉਂ, ਤਿਸਕਾਰ ਹੋਵੇਗਾ, ਨਿਰਾਦਰ ਹੋਵੇਗਾ। ਅਤੇ ਜਿਹੜਾ ਸੰਸਾਰ ਵੱਲੋਂ ਹਟ ਰਿਹਾ ਹੈ, ਆਦਰ ਨਹੀਂ ਚਾਹੁੰਦਾ ਹੈ ਸੰਸਾਰ ਦਾ, ਤਾਂ ਉਹ ਇਹ ਸਮਝ ਲੈਣਾ ਚਾਹੀਦਾ ਹੈ ਗੁਰੂ ਵੱਲੋਂ ਜਾ ਰਿਹਾ ਹੈ। ਜਿਹੜਾ ਗੁਰਮੁਖ ਹੋ ਗਿਆ ਤੋ ਗੁਰੂ ਵੱਲੋਂ ਆਉਣ ਲੱਗ ਪਿਆ, ਮੁੱਖ ਜੋ ਹੋ ਗਿਆ। ਫਿਰ ਇਹ ਸ਼ੁਰੂਆਤ ਹੈ, ਖਿਆਲ ਵਿੱਚ ਰੱਖੋ। ਅਤੇ ਜਿੰਨਾ ਜਿੰਨਾ ਵੀ ਗਹਿਰਾ ਹੋਵੇਗਾ ਨਾ
ਓਨਾ ਹੀ ਸੰਸਾਰ ਵੱਲੋਂ ਲਗਾਵ ਘਟੇਗਾ। ਜਿੰਨਾ ਜਿੰਨਾ ਗੁਰੂ ਨਾਲ ਲਗਾਵ ਹੁੰਦਾ ਹੈ, ਓਨਾ ਹੀ ਸੰਸਾਰ ਨਾਲੋਂ ਲਗਾਵ ਘਟਦਾ ਹੈ। ਤੇ ਹੋ ਰਿਹਾ ਹੈ। ਫਿਰ ਦੇਖੋ ਹੋ ਕਿਵੇਂ ਰਿਹਾ ਹੈ। ਸੁਣ ਸੁਣ ਕੇ ਐਸਾ ਕਿਹਾ ਵੀ ਹੈ ਨਾ ਬਾਬੇ ਨਾਨਕ ਨੇ, ਸੁਣੀਏ ਲਾਗੇ ਸਹਿਜ ਧਿਆਨ। ਇਵੇਂ ਲੱਗਦਾ ਹੈ ਸੁਣਨ ਦੁਆਰਾ ਹੀ ਇਹ ਸੰਬੰਧ ਬਣ ਰਿਹਾ ਹੈ, ਕਿਉਂਕਿ ਬਹੁਤੇ ਤੇ ਮਿਲੇ ਵੀ ਨਹੀਂ ਹਨ, ਕੋਲ ਬੈਠੇ ਵੀ ਨਹੀਂ ਹਨ, ਦੇਖਿਆ ਵੀ ਨਹੀਂ ਹੈ ਸਾਹਮਣੇ। ਸਿਰਫ ਸ਼ਬਦ ਦੁਆਰਾ ਹੀ ਬਣ ਰਿਹਾ ਹੈ ਨਾ ਸੰਬੰਧ। ਤੇ ਇਹਦਾ ਭਾਵ ਹੋਇਆ ਕਿ ਸ਼ਬਦ ਹੀ ਗੁਰੂ ਹੈ। ਅਕਸਰ ਮੈਂ ਕਹਿੰਦਾ ਹੁਣ ਫਿਰ ਜਿੰਨਾ ਜਿੰਨਾ ਗਹਿਰਾ ਹੋਵੇਗਾ ਸੰਬੰਧ ਗੁਰੂ ਨਾਲ, ਓਨਾ ਹੀ ਸ਼ਬਦ ਦਾ ਅਸਰ ਜ਼ਿਆਦਾ ਹੋਵੇਗਾ। ਇਹੋ ਹੀ ਅਕਸਰ ਬਹੁਤ ਵਾਰਾਂ ਕਿਹਾ ਹੈ ਵੀ ਜਿੰਨਾ ਤੁਸੀਂ ਗਹਿਰਾ ਅੰਦਰੋਂ ਜੁੜੋਗੇ ਭਾਵਨਾ ਨਾਲ, ਓਨਾ ਹੀ ਉਹ ਸ਼ਬਦ ਦਾ ਜੋ ਉਪਦੇਸ਼ ਤੁਸੀਂ ਸੁਣ ਰਹੇ ਹੋ ਉਹਦਾ ਅਸਰ ਜ਼ਿਆਦਾ ਹੋਵੇਗਾ। ਕਈ ਕਹਿੰਦੇ ਹਨ ਵੀ ਗੁਰੂ ਮੰਤਰ 'ਚ ਬੜੀ ਸ਼ਕਤੀ ਹੈ, ਲਿਖਿਆ ਵੀ ਹੈ ਵੀ ਬਹੁਤ ਸ਼ਕਤੀ ਹੈ। ਪਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹਾਂ ਜੋ ਤੁਸੀਂ ਸੁਣੀ ਨਾ ਹੋਵੇ ਸ਼ਾਇਦ, ਵੀ ਗੁਰੂ ਮੰਤਰ 'ਚ ਸ਼ਕਤੀ ਨਹੀਂ ਹੈ। ਬਲਕਿ ਜਿਹੜਾ ਗੁਰ ਮੰਤਰ ਨੂੰ ਧਾਰਨ ਕਰਦਾ ਹੈ ਨਾ, ਉਹਦੇ ਅੰਦਰ ਸ਼ਕਤੀ ਆ ਜਾਂਦੀ ਹੈ ਗੁਰ ਮੰਤਰ ਦੁਆਰਾ। ਗੁਰੂ ਉਪਦੇਸ਼ ਕਹਿ ਲਈਏ, ਮੰਤਰ ਦਾ ਅਰਥ ਹੁੰਦਾ ਉਪਦੇਸ਼। ਗੁਰੂ ਦੇ ਉਪਦੇਸ਼ ਦੁਆਰਾ ਤੁਸੀਂ ਸੰਸਾਰ 'ਚੋਂ ਨਿਕਲਦੇ ਹੋ, ਝੂਠ ਤੋਂ ਛੁਟਕਾਰਾ ਹੁੰਦਾ ਹੈ। ਕਿੰਨੀ ਸ਼ਕਤੀ ਹੋਵੇਗੀ ਗੁਰੂ ਦੇ ਮੰਤਰ ਦੀ। ਐਸਾ ਕੋਈ ਵੀ ਸੰਸਾਰ ਦਾ ਮੰਤਰ ਨਹੀਂ ਹੈ, ਇੰਨੀ ਸ਼ਕਤੀ ਕਿਸੇ 'ਚ ਵੀ ਨਹੀਂ। ਸੰਸਾਰਿਕ ਚੀਜ਼ਾਂ ਮਿਲਦੀਆਂ ਹਨ ਮੰਤਰਾਂ ਯੰਤਰਾਂ ਨਾਲ, ਰਿੱਧੀਆਂ ਸਿੱਧੀਆਂ ਮਿਲ ਜਾਂਦੀਆਂ ਹਨ, ਉਹ ਵੀ ਸੰਸਾਰ ਦਾ ਹਿੱਸਾ ਹਨ। ਪਰ ਵਾਸਤਵਿਕ ਦੇ ਵਿੱਚ ਜੋ ਸ਼ਕਤੀ ਹੈ ਨਾ ਗੁਰੂ ਮੰਤਰ ਦੀ, ਉਹ ਇਹੋ ਹੀ ਹੈ। ਤੇ ਸ਼ਕਤੀ ਪੈਦਾ ਕਿਵੇਂ ਹੁੰਦੀ ਹੈ? ਭਾਵਨਾ ਨਾਲ। ਜਦੋਂ ਉਸ ਉਪਦੇਸ਼ ਨੂੰ ਇੰਨੀ ਭਾਵਨਾ ਦੇ ਨਾਲ ਸੁਣਦਾ ਹੈ ਨਾ ਸਰੋਤਾ, ਕਿ ਉਹਦੀ ਗਹਿਰੇ ਡੁਬਕੀ ਲੱਗ ਜਾਂਦੀ ਹੈ ਆਪਣੇ ਆਪ ਹੀ। ਸਹਿਜ ਹੀ ਜੋ ਕਿਹਾ ਜਾਂਦਾ ਹੈ ਨਾ, ਉਹਦੇ ਨਾਲ ਲੀਨ ਹੋਣ ਲੱਗ ਜਾਂਦਾ ਹੈ। ਜਿਵੇਂ ਤੁਸੀਂ ਇਉਂ ਸਮਝ ਲਵੋ ਵੀ ਗਹਿਰੇ ਪ੍ਰੇਮ ਦੇ ਵਿੱਚ ਤੁਸੀਂ ਜੋ ਗੱਲ ਸੁਣਦੇ ਹੋ ਤੋ ਆਪਣੇ ਆਪ ਹੀ ਹੋਣ ਲੱਗ ਜਾਂਦੀ। ਆਪਣੇ ਆਪ ਹੀ ਛੁਟਕਾਰਾ ਹੋਣ ਲੱਗ ਜਾਂਦਾ। ਇਸੇ ਕਾਰਨ ਕਿਹਾ ਹੈ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਭਾਵਨਾ ਕਹਿ ਲਓ, ਪ੍ਰੇਮ ਕਹਿ ਲਓ, ਭਗਤੀ ਕਹਿ ਲਓ, ਸ਼ਰਧਾ ਕਹਿ ਲਓ, ਇਹਦੇ ਦੁਆਰਾ ਆਪਣੇ ਆਪ ਹੀ ਛੁਟਕਾਰਾ ਹੋਣ ਲੱਗ ਜਾਂਦਾ ਹੈ। ਕਿਉਂਕਿ ਉਹ ਜੋ ਸ਼ਬਦ ਹਨ ਨਾ, ਉਹ ਫਿਰ ਆਪਣੇ ਆਪ ਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।
बार बार किया गया है संसार झूठ है, असत है, मिथ्या है। हटो। तो ਜਿਹੜਾ ਸਹਿਜ ਸੁਭਾਅ ਸੁਣਦਾ ਰਹਿੰਦਾ ਹੈ ਤਾਂ ਉਹਦਾ ਮਨ ਆਪਣੇ ਆਪ ਹੀ ਹਟਣ ਲੱਗ ਜਾਂਦਾ ਹੈ, ਛੱਡਣ ਲੱਗ ਜਾਂਦਾ ਹੈ। ਫਿਰ ਕੂੜਿਆਰਾਂ ਚਿੱਤ ਉਦਾਸ, ਜਿਹੜੇ ਕੂੜ ਵੱਲ ਜਾ ਰਹੇ ਹਨ ਉਹਨਾਂ ਵੱਲ ਚਿੱਤ ਨਹੀਂ ਲੱਗਦਾ ਹੈ ਉਹਦਾ, ਉਦਾਸ ਹੋ ਜਾਂਦਾ, ਉੱਧਰੋਂ ਨਿਰਾਸ਼ ਹੋ ਜਾਂਦਾ। ਫਿਰ ਸੱਚਿਆਰ ਹੋਣ ਲੱਗ ਜਾਂਦਾ, ਸੱਚਿਆਰ ਸਿੱਖ ਬੈਠਣ ਸਤਿਗੁਰੂ ਪਾਸ, ਕਿਉਂਕਿ ਸੱਚਿਆਰ ਨੂੰ ਫਿਰ ਸੱਚਾ ਚੰਗਾ ਲੱਗਦਾ ਹੈ। ਕੁੜਿਆਰਾਂ ਨੂੰ ਤੇ ਕੁੜਿਆਰ ਹੀ ਚੰਗੇ ਲੱਗਦੇ, ਕੂੜ ਕੁੜਿਆਰ ਹੀ ਜਾਏ ਰਲੇ। ਤੇ ਕੂੜ ਵੱਲ, ਝੂਠ ਵੱਲ ਉਹ ਹਟਣਾ ਸ਼ੁਰੂ ਹੋ ਜਾਂਦਾ ਹੈ ਤੇ ਸੱਚਿਆਰ ਹੋਣਾ ਸ਼ੁਰੂ ਹੋ ਜਾਂਦਾ ਹੈ ਆਪਣੇ ਆਪ। ਸਹਿਜ ਹੀ ਇਹੋ ਹੀ ਸੰਗਤ ਦਾ ਅਰਥ ਹੈ। ਬਾਰ ਬਾਰ ਕਿਹਾ ਹੈ ਨਾ ਕਿ ਸੰਗਤ ਕਰੀਏ ਸਾਧ ਜਾਤੇ ਹੋਏ ਨਿਰਵਾਹ। ਸਾਗਤ ਸੰਗ ਨਾ ਕੀਜੀ, ਕਹਿੰਦੀ ਉਹਦੇ ਤੇ ਵਿਨਾਸ਼ ਹੋਊਗਾ। ਸੰਗ ਦਾ ਅਰਥ ਇਹੋ ਹੀ ਹੈ ਵੀ ਜਿੰਨੇ ਜਿੰਨੇ ਸੰਗ ਹੁੰਦੇ ਗਏ ਓਨੇ ਓਨੇ ਹੀ ਸੰਸਾਰ ਤੋਂ ਅਸੰਗ ਹੁੰਦੇ ਜਾਓ। ਤੇ ਇਹ ਸ਼ਬਦ ਦੁਆਰਾ ਹੋ ਰਿਹਾ ਹੈ ਤੇ ਸ਼ਬਦ ਗੁਰੂ ਹੈ ਨਾ। ਦਰਅਸਲ ਜਿਹਦੇ ਦੁਆਰਾ ਤੁਸੀਂ ਸੁਣ ਰਹੇ ਹੋ ਨਾ, ਉਹ ਇੱਕ ਪਰਮਾਤਮਾ ਦਾ ਇੰਸਟਰੂਮੈਂਟ ਹੈ। ਤੇ ਇੰਸਟਰੂਮੈਂਟ ਦੁਆਰਾ ਪਰਮਾਤਮਾ ਹੀ ਬੋਲ ਰਿਹਾ ਹੈ। ਪਰਮਾਤਮਾ ਦਾ ਗੀਤ ਤੁਸੀਂ ਸੁਣ ਰਹੇ ਹੋ। ਹੁਣ ਪਰਮਾਤਮਾ ਦਾ ਗੀਤ ਤੁਸੀਂ ਸੁਣ ਰਹੇ ਹੋ ਤੇ ਜਿਹੜੇ ਇੰਸਟਰੂਮੈਂਟ ਨਾਲ ਸੁਣ ਰਹੇ ਹੋ ਉਸ ਇੰਸਟਰੂਮੈਂਟ ਦੇ ਨਾਲ ਥੋੜ੍ਹੇ ਜੁੜੋਗੇ, ਗੀਤ ਦੇ ਨਾਲ ਜੁੜੋਗੇ ਨਾ, ਸੰਗੀਤ ਦੇ ਨਾਲ ਜੁੜੋਗੇ। ਜਿਵੇਂ ਇਵੇਂ ਸਮਝ ਲਵੋ ਵੀ ਕਿਸੇ ਗੀਤਕਾਰ ਨੂੰ ਤੁਸੀਂ ਸੁਣਦੇ ਹੋ ਤੇ ਅਗਰ ਉਹ ਗੀਤਕਾਰ ਵੱਲ ਧਿਆਨ ਰੱਖੋ ਵੀ ਉਹ ਬਾਹਰੋਂ ਜੋ ਐਕਟਿੰਗ ਕਰਦਾ ਹੈ ਤੇ ਤੁਸੀਂ ਉਹ ਸੰਗੀਤ ਦਾ, ਗੀਤ ਦਾ ਸਵਾਦ ਨਹੀਂ ਲੈ ਸਕਦੇ ਹੋ ਕਿਉਂਕਿ ਉਧਰ ਧਿਆਨ ਨਹੀਂ ਰਹੇਗਾ। ਇਸ ਕਰਕੇ ਕਿਹਾ ਜਾਂਦਾ ਹੈ ਵੀ ਸ਼ਾਸਤਰੀ ਸੰਗੀਤ ਨੂੰ ਅੱਖਾਂ ਮੀਟ ਕੇ ਸੁਣੋ। ਵੀ ਅੱਖਾਂ ਮੀਟ ਕੇ ਤੁਸੀਂ ਸੁਣੋਗੇ ਸੰਗੀਤ ਨੂੰ ਤੇ ਫਿਰ ਤੁਸੀਂ ਗੀਤਕਾਰ ਦੇ ਨਾਲ ਨਹੀਂ ਜੁੜੋਗੇ। ਗੀਤਕਾਰ ਦੁਆਰਾ ਉਸ ਗੀਤ ਦੇ ਨਾਲ ਜੁੜੋਗੇ ਜਿਹੜਾ ਗਾਇਆ ਜਾ ਰਿਹਾ ਹੈ। ਤੇ ਇਵੇਂ ਹੀ ਗੁਰੂ ਹੈ ਪਰਮਾਤਮਾ ਦਾ ਇੰਸਟਰੂਮੈਂਟ ਕਹਿ ਲਓ। ਪਰਮਾਤਮਾ ਹੀ ਉਹਦੇ ਦੁਆਰਾ ਗਾਉਂਦਾ ਹੈ ਗੀਤ, ਤੇ ਗੀਤ ਤੇ ਪਰਮਾਤਮਾ ਦੇ, ਤੇ ਪਰਮਾਤਮਾ ਦੇ ਗੀਤ ਦੇ ਨਾਲ ਜੁੜੋਗੇ। ਤੇ ਪਹਿਲਾਂ ਬਾਹਰੋਂ ਤੁਸੀਂ ਦੇਖ ਰਹੇ ਹੋ ਆਵਾਜ਼ ਆ ਰਹੀ ਹੈ ਜਿਹਦੇ ਦੁਆਰਾ ਉਹਨੂੰ ਦੇਖ ਰਹੇ ਹੋ। ਇਸ ਕਰਕੇ ਬਾਹਰੋਂ ਸੰਬੰਧ ਹੋਵੇਗਾ, ਬਾਹਰੋਂ ਖਿਆਲ ਵਿੱਚ ਆਵੇਗਾ। ਫਿਰ ਧੀਰੇ ਧੀਰੇ ਜਦੋਂ ਹੋਰ ਗਹਿਰਾਈ 'ਚ ਜਾਵੋਗੇ
ਫਿਰ ਤੁਹਾਨੂੰ ਪਤਾ ਲੱਗੇਗਾ ਕਿ ਉਹ ਗੀਤ ਤੇ ਇੱਕ ਦਾ ਹੀ ਹੈ। ਤੇ ਸ਼ਬਦ ਦੁਆਰਾ ਸੰਬੰਧ ਜੁੜਦਾ ਹੈ। ਸ਼ਬਦ ਗੁਰੂ ਹੈ। ਤੇ ਸ਼ਬਦ ਦੁਆਰਾ ਹੀ ਹੋ ਰਿਹਾ ਹੈ। ਤੇ ਸ਼ਬਦ ਦੁਆਰਾ ਪਹਿਲਾਂ ਕੀ ਹੁੰਦਾ ਹੈ, ਜਿਸ ਤਰ੍ਹਾਂ ਹਾਮ ਕਿਹਾ ਜਾਂਦਾ ਹੈ ਵੀ ਮਨ ਇਕਾਗਰ ਹੋ ਜਾਂਦਾ ਹੈ। ਸੰਸਾਰ ਵੱਲੋਂ ਹਟਦਾ ਹੈ, ਗੁਰੂ ਵੱਲ ਆਉਂਦਾ ਹੈ, ਇਕਾਗਰ ਹੋ ਜਾਂਦਾ ਹੈ। ਫਿਰ ਉਹ ਦਰਵਾਜ਼ਾ ਹੈ ਗੁਰੂ। ਇਸੇ ਕਾਰਨ ਹੀ ਮੈਂ ਕਹਿੰਦਾ ਹਾਂ, ਜਿਹੜੇ ਧਿਆਨੀ ਹਨ, ਯੋਗੀ ਹਨ, ਸ਼ਬਦ ਦੀ ਸਾਧਨਾ ਕਰਦੇ ਹਨ, ਉਹ ਸ਼ਬਦ 'ਤੇ ਰੁਕ ਜਾਂਦੇ ਹਨ, ਕਿਉਂਕਿ ਸ਼ਬਦ ਤੋਂ ਵੀ ਅੱਗੇ ਜਾਣਾ, ਗੁਰੂ ਤੋਂ ਵੀ ਅੱਗੇ ਜਾਣਾ। ਅਤੇ ਜਿਹੜਾ ਸਨਮੁਖ ਦੇ ਨਾਲ ਜੁੜਦਾ ਹੈ ਤਾਂ ਉਹਨੂੰ ਫਿਰ ਅੱਗੇ ਕਰ ਦਿੱਤਾ ਜਾਂਦਾ ਹੈ। ਅਤੇ ਨਾਲ ਨਾਲ ਹੀ ਇਹ ਪ੍ਰਕਿਰਿਆ ਜਾਰੀ ਰਹਿੰਦੀ ਹੈ। ਸੰਸਾਰ ਵੱਲੋਂ ਵੀ ਜਿਹੜਾ ਕਦਮ ਉਠਾਉਂਦਾ ਹੈ, ਗੁਰੂ ਵੱਲ ਆਉਂਦਾ ਹੈ। ਪਹਿਲਾ ਕਦਮ ਸੰਸਾਰ ਵੱਲੋਂ ਉਠਾਉਣਾ ਹੈ ਗੁਰੂ ਵੱਲ, ਫਿਰ ਗੁਰੂ ਦੇ ਦਰਵਾਜ਼ੇ 'ਚ ਪਹੁੰਚ ਕੇ ਫਿਰ ਗੁਰੂ ਅਗਲਾ ਕਦਮ ਉਠਾ ਦਿੰਦਾ ਹੈ, ਫਿਰ ਵਿਰਾਟ ਦੇ ਵਿੱਚ ਪ੍ਰਵੇਸ਼ ਕਰਾ ਦਿੰਦਾ ਹੈ। ਫਿਰ ਦੋਵੇਂ ਕਦਮ ਉੱਠ ਗਏ, ਤੁਸੀਂ ਕਦਮਾਂ ਤੋਂ ਬਗੈਰ ਹੋ ਗਏ, ਸੁਤੰਤਰ ਹੋ ਗਏ।